साडा एडमिनिस्ट्रेशन ने बहुत साथ दिता। दे डिड नॉट मतलब उन्होंने पूरा सानू कॉन्फिडेंस दिता कि तुसी करो, वी आर विद यू। इस वारी असी मच मोर प्लान ते स्ट्रोंगर हाँ, क्योंकि साडी स्टोरेज फैसिलिटीज़, साडी ट्रांसपोर्टेशन फैसिलिटीज़, साडी प्रोडक्शन कैपेसिटीज़ इनहेंस हो गई हैं। बट फॉर एनी कॉमन मैन टू कम, आई रिक्वेस्ट एवरीवन कि जो भी आए इस कॉज ਨੂੰ ਗੁੱਡ ਕੌਜ਼ ਵਾਸਤੇ ਹੀ ਰਹਿਣ ਦਿੱਤਾ ਜਾਏ, ਦੀ ਮਿਸਯੂਜ਼ ਨਾ ਹੋਏ। ਤੇ ਤੁਸੀਂ, ਮੈਂ ਰਿਕੁਐਸਟ ਇਹ ਕਰਾਂਗਾ ਉਹ ਗੂਗਲ ਤੇ ਪਾ ਕੇ ਆਣ, ਆਪਣਾ ਸਿਲੰਡਰ ਲੈ ਕੇ ਆਣ ਤੇ ਪ੍ਰਿਸਕ੍ਰਿਪਸ਼ਨ ਲੈ ਕੇ ਆਣ, ਐਂਡ ਐਵਰੀਥਿੰਗ ਇਜ਼ ਫॉर them available for us for services. The first day only because ਮੇਰੇ ਦਾਦਾ ਜੀ ਨੇ ਕਿਹਾ ਸੀ ਮੇਰੇ ਫਾਦਰ ਤੇ ਚਾਚੂ ਨੂੰ ਕਿ ਜਿਹੜੇ ਉਹਨਾਂ ਦੇ ਫਾਦਰ ਸੀ ਉਹਨਾਂ ਦੇ ਨਾਂ ਦੀ ਫਾਊਂਡੇਸ਼ਨ ਹੈ ਤੇ ਤੁਸੀਂ ਇਹਨੂੰ ਆਪਣੀ ਫੈਕਟਰੀ 'ਚ ਕੈਰੀ ਫਾਰਵਰਡ ਕਰਨੀ ਹੈ, ਹਰ ਮਰੀਜ਼ ਨੂੰ ਫ੍ਰੀ ਗੈਸ ਦੇਣੀ ਹੈ। ਅੱਛਾ ਜੀ। ਤੇ ਅਸੀਂ ਤਦ ਤੋਂ ਹੀ ਹਰ ਹੋਮ ਰਿਡਨ ਪੇਸ਼ੈਂਟ ਨੂੰ ਫ੍ਰੀ ਗੈਸ ਦੇ ਰਹੇ ਹਾਂ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਜਦੋਂ ਪਿਛਲੇ ਵਾਰ ਕੋਵਿਡ ਦੀ ਸੈਕਿੰਡ ਵੇਵ ਆਈ ਸੀਗੀ ਤੇ ਆਕਸੀਜਨ ਕ੍ਰਾਈਸਿਸ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਸੀਗਾ ਪੂਰੇ ਇੰਡੀਆ ਦੇ ਵਿੱਚ, ਤੇ ਮੋਹਾਲੀ ਚੰਡੀਗੜ੍ਹ ਦੀ ਗੱਲ ਕਰਾਂਗੇ। ਮੋਹਾਲੀ ਚੰਡੀਗੜ੍ਹ ਦੇ ਵਿੱਚ ਵੀ ਹਾਲਾਤ ਜਿਹੜੇ ਨੇ ਉਹ ਬਹੁਤ ਚੰਗੇ ਨਹੀਂ ਸੀਗੇ, ਆਕਸੀਜਨ ਦੀ ਸ਼ਾਰਟੇਜ ਚੱਲ ਰਹੀ ਸੀਗੀ, ਸਿਲੰਡਰਸ ਲੋਕਾਂ ਨੂੰ ਨਹੀਂ ਮਿਲ ਰਹੇ ਸੀਗੇ। ਸੋ ਉਸ ਵੇਲੇ ਮੋਹਾਲੀ ਦੀ ਹਾਈਟੈਕ ਇੰਡਸਟਰੀਜ਼ ਲਿਮਟਿਡ ਹੈ ਜਿਹੜੀ, ਉਹਨਾਂ ਵੱਲੋਂ ਇੱਕ ਲੋਕ ਭਲਾਈ ਦਾ ਕੰਮ ਕੀਤਾ ਗਿਆ ਸੀਗਾ। ਲੋਕਾਂ ਨੂੰ ਫ੍ਰੀ ਆਕਸੀਜਨ ਗੈਸ ਹੈ ਜਿਹੜੀ ਉਹ ਸਪਲਾਈ ਕੀਤੀ ਗਈ ਸੀ ਤੇ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਹਾਈਟੈਕ ਇੰਡਸਟਰੀਜ਼ ਲਿਮਟਿਡ ਦਾ ਯੋਗਦਾਨ ਰਿਹਾ ਸੀਗਾ। ਸੋ ਹੁਣ ਤੀਜੀ ਵੇਵ ਹੈ ਜਿਹੜੀ ਉਹਦੇ ਆਸਾਰ ਬਣ ਰਹੇ ਨੇ ਕਿ ਤੀਜੀ ਵੇਵ ਕੋਵਿਡ ਦੀ ਸ਼ੁਰੂ ਹੋ ਸਕਦੀ ਹੈ। ਸੋ ਹੁਣ ਫਿਰ ਇਹ ਜਿਹੜੀ ਹਾਈਟੈਕ ਇੰਡਸਟਰੀਜ਼ ਹੈ, RS ਸਚਦੇਵਾ ਤੇ HS ਸਚਦੇਵਾ ਜਿਨ੍ਹਾਂ ਨੇ ਪਿਛਲੀ ਕੋਵਿਡ ਦੀ ਵੇਵ ਦੇ ਦੌਰਾਨ ਵੀ ਵੱਡਾ ਯੋਗਦਾਨ ਪਾਇਆ, ਸੋ ਹੁਣ ਉਹਨਾਂ ਦੀ ਦੇਖ ਰੇਖ ਦੇ ਵਿੱਚ ਕੰਮ ਹੈ ਜਿਹੜਾ ਕਰਨ ਜਾ ਰਹੀ ਹੈ ਤੇ ਦੁਬਾਰਾ ਤਿਆਰ ਨੇ ਅਗਰ ਦੁਬਾਰਾ ਉਸ ਤਰੀਕੇ ਦੇ ਹਾਲਾਤ ਬਣਦੇ ਨੇ। ਸੋ ਗੱਲਬਾਤ ਕਰਾਂਗੇ। ਸਾਡੇ ਨਾਲ ਇੰਡਸਟਰੀਜ਼ ਜਿਹੜੀ ਹੈਗੀ ਹੈ ਦੇ ਡਾਇਰੈਕਟਰ ਨੇ ਬਵਨੀਤ ਸਿੰਘ ਸਚਦੇਵਾ ਨੇ। ਬਵਨੀਤ ਜੀ, ਪਿਛਲੇ ਵਾਰ ਕਾਫੀ ਵੱਡਾ ਯੋਗਦਾਨ ਹੈ ਜਿਹੜਾ ਤੁਹਾਡਾ ਸਾਰੀ ਟੀਮ ਦਾ ਦੇਖਣ ਨੂੰ ਮਿਲਿਆ, ਖਾਸ ਤੌਰ 'ਤੇ ਤੁਹਾਡੇ ਫਾਦਰ ਸਾਹਿਬ ਦਾ, ਤੁਹਾਡੇ ਚਾਚਾ ਜੀ ਦਾ, ਤੇ ਇਸ ਵਾਰ ਵੀ ਹੁਣ ਤੁਸੀਂ ਤਿਆਰ ਹੋ ਪੂਰਾ ਜੇ ਦੁਬਾਰਾ ਉਸ ਤਰੀਕੇ ਦੇ ਹਾਲਾਤ ਬਣਦੇ ਆ ਤਾਂ? ਹਾਂਜੀ, ਪਹਿਲੀ ਗੱਲ ਤੇ ਸਾਡੀ ਟੀਮ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਹਾਂ। ਸਾਨੂੰ ਸਾਡੀ ਪੂਰੀ ਟੀਮ ਨੇ ਬਹੁਤ ਸਾਥ ਦਿੱਤਾ, ਪਰਿਵਾਰ ਦੇ ਇੱਕ ਇੱਕ ਬੰਦੇ ਨੇ ਸਾਥ ਦਿੱਤਾ ਸੀ। ਮੇਰੇ ਫਾਦਰ ਤੇ ਮੇਰੇ ਚਾਚਾ ਜੀ ਦਾ ਇਨੀਸ਼ੀਏਟਿਵ ਰਿਹਾ ਜਦ ਤੋਂ ਉਹਨਾਂ ਨੇ ਫੈਕਟਰੀ ਲਾਈ ਹੈ ਕਿ ਉਹਨਾਂ ਨੇ ਹਮੇਸ਼ਾ ਹੋਮ ਕੁਆਰੰਟੀਨ ਪੇਸ਼ੈਂਟਸ ਨੂੰ ਫ੍ਰੀ ਆਕਸੀਜਨ ਦੇਣੀ ਹੈ, ਵੈਦਰ ਦੇ ਆਰ ਫਰੋਮ ਕਰੋਨਾ, ਵੈਦਰ any lung problem or any other ailment. But this time it was highlighted more because oxygen was made a very shortage item. So basically ਸਾਡੇ ਪਰਿਵਾਰ ਦਾ ਇੱਕ ਬੰਦਾ, ਮੇਰੇ ਸਾਰੇ ਸਿਬਲਿੰਗਸ, ਮੇਰੀ ਸਿਸਟਰਸ, ਮੇਰਾ ਬ੍ਰਦਰ, ਅਸੀਂ ਸਾਰੇ ਰੋਜ਼ ਆਉਂਦੇ ਹੁੰਦੇ ਸੀ, ਜਿਹੜੇ ਰੋਜ਼ ਪਾਰਟ ਆਫ ਫੈਕਟਰੀ ਨਹੀਂ ਸੀ ਹਲੇ, ਉਹ ਪੜ੍ਹ ਰਹੇ ਸੀ, ਦੇ ਵਰ ਪਾਰਟ ਆਫ ਇਟ। ਅਸੀਂ ਸਾਰੀ ਜਦੋਂ ਸੇਵਾ 'ਤੇ ਲਾਈ ਸੀ, ਸਾਡਾ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਥ ਦਿੱਤਾ। ਦੇ ਡਿਡ ਨੋਟ मतलब उन्होंने पूरा सानू कॉन्फिडेंस दिता कि तुसी करो, वी आर विद यू टू सर्व इट, एंड इन टाइम्स टू कम we pray to God इदा दा टाइम ना आए, but if it comes which is unavoidable, I think we all are ready for it, and असी अपने मेजर्स बनाए हैं थोड़े कि जो लास्ट टाइम सानू
ਪਲੈਨਿੰਗ ਕਰਨ ਟਾਈਮ ਹਿਚਕਿਚਾਹਟ ਆਈਆਂ ਸੀ। ਇਸ ਵਾਰੀ ਅਸੀਂ ਮੱਚ ਮੋਰ ਪਲੈਨਡ ਅਤੇ ਸਟਰੋਂਗਰ ਹਾਂ, ਕਿਉਂਕਿ ਸਾਡੀ ਸਟੋਰੇਜ ਫੈਸਿਲਿਟੀਜ਼, ਸਾਡੀ ਟਰਾਂਸਪੋਰਟੇਸ਼ਨ ਫੈਸਿਲਿਟੀਜ਼, ਸਾਡੀ ਪ੍ਰੋਡਕਸ਼ਨ ਕਪੈਸਿਟੀਜ਼ ਇਨਹੈਂਸ ਹੋ ਗਈਆਂ। ਸਾਡਾ ਬਠਿੰਡੇ ਵੀ ਪਲਾਂਟ ਚਾਲੂ ਹੋ ਗਿਆ। ਅੱਛਾ ਜੀ। ਤੇ ਇਸ ਕਰਕੇ ਵੀ ਆਰ ਹੋਪਫੁਲ ਕਿ ਵੀ ਆਰ ਏਬਲ ਟੂ ਡੀਲ ਵਿਦ ਇਨ ਅ ਮੋਰ ਕੌਨਫੀਡੈਂਟ ਐਂਡ ਇਨ ਅ ਮੋਰ ਵਾਈਬਰੈਂਟ ਮੈਨਰ, ਐਂਡ ਜਿਹਦੇ ਨਾਲ ਜਿਹੜੀ ਲਾਸਟ ਟਾਈਮ ਦੀ ਐਕਿਊਟ ਸ਼ਾਰਟੇਜ ਆ ਗਈ ਸੀ ਉਹ ਚੀਜ਼ ਨਾ ਆਏ। ਸੋ ਇਸ ਵਾਰ ਕਿਹੜੀਆਂ ਕੀ ਫ਼ਰਕ ਕੀ ਰਹੂਗਾ? ਤੁਸੀਂ ਦੱਸਿਆ ਕਿ ਪਿਛਲੀ ਵਾਰ ਹਾਲਾਂਕਿ ਤੁਸੀਂ ਆਪਣੇ ਵੱਲੋਂ ਸੇਵਾ ਕਰ ਰਹੇ ਸੀ ਵੱਧ ਤੋਂ ਵੱਧ ਲੋਕਾਂ ਦੀ, ਪਰ ਕਈ ਵਾਰ ਲੋਕ ਜਿਹੜੇ ਨੇ ਇਸ ਚੀਜ਼ ਨੂੰ ਮਿਸਯੂਜ਼ ਕਰਦੇ ਨੇ, ਦੇਖਣ ਨੂੰ ਮਿਲਿਆ ਸੀ। ਸਿਲੰਡਰ ਦੀ ਸ਼ਾਰਟੇਜ ਜਿਵੇਂ ਤੁਸੀਂ ਦੱਸ ਰਹੇ ਹੋ ਆ ਰਹੀ ਸੀ, ਕਿਉਂਕਿ ਬਹੁਤ ਲੋਕ ਸਿਲੰਡਰ ਉਹਨਾਂ ਕੋਲੇ ਆ ਜਾਂਦਾ ਸੀ ਤੇ ਫਿਰ ਉਹ ਵਾਪਸ ਨਹੀਂ ਮੋੜਦੇ ਸੀ, ਵੀ ਉਹ ਆਪਣੇ ਕੋਲੇ ਰੱਖ ਲੈਂਦੇ ਸੀ। ਸੋ ਇਸ ਵਾਰ ਉਸ ਤਰੀਕੇ ਦੀ ਘੱਟ ਤੋਂ ਘੱਟ ਇਹ ਚੀਜ਼ਾਂ ਹੋਣ, ਤੁਸੀਂ ਖਾਸ ਸਟੈਪ ਕੀ ਚੱਕ ਰਹੇ ਹੋ ਇਸ ਵਾਰ? ਸੋ ਦਿਸ ਟਾਈਮ ਵੀ ਆਰ ਬੀਇੰਗ ਵੈਰੀ ਵਿਜੀਲੈਂਟ। ਅਸੀਂ ਅੱਜ ਵੀ ਸਾਡੇ ਕੋਲ ਹੁਣੇ ਵੀ ਕੋਈ ਕਸਟਮਰ ਆ ਰਹੇ ਆ ਗੈਸ ਭਰਾਉਣ, ਅਸੀਂ ਆਪਣੀ ਫਾਰਮੈਲਿਟੀਜ਼ ਅਤੇ ਇੱਕ ਫਾਰਮੈਟਸ ਮੇਨਟੇਨ ਕਰ ਲਏ ਹੈ, ਵੇਅਰ ਈਵਨ ਇਫ ਵੀ ਆਰ ਗਿਵਿੰਗ ਫॉर ਸੇਵਾ, ਅਸੀਂ ਫਾਰਮੈਟ ਭਰਾਂਗੇ ਕਿ ਕੌਣ ਭਰਵਾਉਣਾ ਹੈ, ਅਸੀਂ ਉਹਦਾ ਕੋਈ ਰਿਲੇਟਿਵ ਏਲਮੈਂਟ ਹੈ, ਕੀ ਹੈ, ਉਹ ਲਾਸਟ ਟਾਈਮ ਕਦੋਂ ਭਰਵਾ ਕੇ ਲੈ ਕੇ ਗਿਆ ਸੀ, ਐਂਡ ਉਹਦੀ ਡਾਕਟਰ ਪ੍ਰਿਸਕ੍ਰਿਪਸ਼ਨ ਇਜ਼ ਵੈਰੀ ਇੰਪੋਰਟੈਂਟ, ਜੋ ਵੀਕਲੀ ਅਪਡੇਟ ਹੋਣੀ ਚਾਹੀਦੀ ਹੈ। ਇਟ ਇਜ਼ ਨਾਟ ਕਿ ਉਹ 5 ਦਿਨ 10 ਦਿਨ ਪੁਰਾਣੀ ਹੈ ਅਤੇ ਅੱਜ ਆ ਜਾਏ ਦੁਬਾਰਾ ਕਿ 5th ਟਾਈਮ ਆ ਰਿਹਾ। ਇਫ ਵੀ ਇਟ ਇਜ਼ ਦੇਅਰ, ਇਟ ਇਜ਼ ਫਾਈਨ। ਇਫ ਇਟ ਇਜ਼ ਪਰਸਨਲੀ ਨੋਨ ਟੂ ਅਸ, ਦੈਨ ਇਟਸ ਡਿਫਰੈਂਟ ਥਿੰਗ, ਬਟ ਫॉर ਐਨੀ ਕਾਮਨ ਮੈਨ ਟੂ ਕਮ, ਆਈ ਰਿਕੁਐਸਟ ਐਵਰੀਵਨ ਕਿ ਜੋ ਵੀ ਆਏ ਇਸ ਕੌਜ਼ ਨੂੰ ਗੁੱਡ ਕੌਜ਼ ਵਾਸਤੇ ਹੀ ਰਹਿਣ ਦਿੱਤਾ ਜਾਏ, ਦੀ ਮਿਸਯੂਜ਼ ਨਾ ਹੋਏ। ਅਤੇ ਵੀ ਆਲਵੇਜ਼ ਆਰ ਪ੍ਰੈਫਰਿੰਗ ਕਿ ਸਾਨੂੰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਆਏ ਤਾਂ ਅਸੀਂ ਪਲੈਨਡ ਵੇ ਨਾਲ ਉਹਨੂੰ ਮੋਨੀਟਰ ਕਰਾਂਗੇ। ਪਵਨੀਤ ਜੀ, ਪਿਛਲੀ ਵਾਰ ਕੀ ਲੱਗਦਾ ਕਿੰਨੇ ਕੁ ਲੋਕਾਂ ਦੀ ਜਾਨ ਆ ਜਿਹੜੀ ਇਹ ਤੁਹਾਡੇ ਇਸ ਸੇਵਾ ਕਰਕੇ ਬਚੀ ਹੋਣੀ ਹੈ? ਵੈਸੇ ਐਗਜ਼ੈਕਟ ਫਿਗਰ ਤਾਂ ਨਹੀਂ ਹੋਣੀ, ਪਰ ਜੋ ਉਸ ਤੋਂ ਬਾਅਦ ਤੁਹਾਨੂੰ ਲੋਕਾਂ ਦੇ ਲਗਾਤਾਰ ਕਾਲਸ ਆਈਆਂ ਹੋਣਗੀਆਂ, ਫੀਡਬੈਕ ਜੋ ਮਿਲਿਆ ਹੋਣਾ, ਕੀ ਲੱਗਦਾ ਫਿਰ ਵੀ ਕਿੰਨੇ ਕੁ ਲੋਕਾਂ ਦੀ ਜਾਨ ਉਦੋਂ ਬਚੀ? ਦੇਖੋ, ਅਸੀਂ ਇਹ ਨਹੀਂ ਦੱਸ ਸਕਦੇ ਕਿੰਨੇ ਲੋਕਾਂ ਦੀ ਜਾਨ ਬਚੀ ਕਿ ਨਹੀਂ। ਰੱਬ ਨੇ ਸਾਨੂੰ ਸਟਰੈਂਥ ਦਿੱਤੀ ਸੀ ਐਜ਼ ਅ ਫੈਮਿਲੀ, ਐਜ਼ ਅ ਟੀਮ ਆਫ ਹਾਈਟੈਕ, ਅਸੀਂ ਉਹਨੂੰ ਔਨਰ ਕੀਤਾ। ਐਂਡ ਬਟ ਆਈ ਵੁੱਡ ਰਾਦਰ ਸੇ ਦੈਟ ਵੇ ਕਿ ਜਿਹੜੀ ਸਕੇਰਸਿਟੀ ਆਈ ਸੀ, that meant a lot bad to the world and nobody wants to see this again. So we also want कि ये चीज़ ना आए. If it happens to come, we will be more initiative, more proactive and in a more planned way. But किन्ने लोगों की जान बची है या नहीं गई, that Rab knows. And for us, ਅਸੀਂ ਤੇ we were only dealing with public and we don't know anything about it. ਪਰ ਕੋਈ ਇਸ ਤਰ੍ਹਾਂ ਦਾ ਕਿੱਸਾ ਤੁਸੀਂ ਸ਼ੇਅਰ ਕਰਨਾ ਚਾਹੋਗੇ, ਤੁਹਾਡੇ ਜ਼ਿਹਨ 'ਚ ਬੈਠਿਆ ਹੋਵੇ ਕਿ ਕਿਸੇ ਕੋਈ ਬਹੁਤ ਜ਼ਿਆਦਾ ਮਤਲਬ ਕ੍ਰਿਟੀਕਲ ਹਾਲਤ 'ਚ ਸੀਗਾ, ਪਰ ਤੁਹਾਡੇ ਤੱਕ ਕਿਸੇ ਦੇ ਜ਼ਰੀਏ ਪਹੁੰਚਿਆ ਹੋਵੇ, ਉਸ ਤੋਂ ਬਾਅਦ ਉਹਨਾਂ ਦੀ ਜਾਨ ਬਚੀ ਹੋਵੇ, ਤੇ ਤੁਹਾਡੇ ਨਾਲ ਉਹਨਾਂ ਨੇ ਬਾਅਦ 'ਚ ਇਨਸੀਡੈਂਟ ਸ਼ੇਅਰ ਕੀਤਾ ਹੋਵੇ ਕਿ ਤੁਹਾਡਾ ਧੰਨਵਾਦ ਕੀਤਾ ਹੋਵੇ? ਹਾਂਜੀ, ਹੁਣ ਮੇਰੇ ਚਾਚਾ ਜੀ ਦੀ ਡੈਥ ਹੋਈ ਹੈ 5 ਦਸੰਬਰ ਨੂੰ ਜੀ, ਅਤੇ ਸਾਨੂੰ ਫੈਮਿਲੀ 'ਚ ਐਜ਼ ਬਹੁਤ ਮੇਜਰ ਸੈਟਬੈਕ ਮਿਲਿਆ। ਹੀ ਵਾਜ਼ ਵਨ ਆਫ ਅ ਪਿਲਰ ਇਨ ਆਰ ਫੈਮਿਲੀ of working and also managing the family affair more importantly. Now what has happened is कि his phone is with me. ਤੇ ਚਾਚੂ ਜ਼ਿਆਦਾ ਦੇਖਦੇ ਸੀ, ਮੈਂ ਕਮਰਸ਼ੀਅਲ ਐਕਟੀਵਿਟੀ ਜ਼ਿਆਦਾ ਦੇਖਦਾ ਸੀ, ਅਤੇ ਜੋ ਸੇਵਾ ਦਾ ਫੋਨ ਹੈ ਨਾ ਉਹਨਾਂ ਦੇ ਫੋਨ 'ਤੇ ਆਉਂਦਾ ਹੁੰਦਾ ਸੀ। ਅਤੇ ਹੁਣ ਵੀ ਜਦੋਂ ਉਹਨਾਂ ਦਾ ਫੋਨ ਆ ਰਿਹਾ ਸੀ, ਮੈਨੂੰ ਕਿੰਨੇ ਫੋਨ ਆਏ। ਹੁਣ ਮੈਂ ਜਿੰਨਾ ਕੁ ਪਿਛਲੀ ਵਾਰੀ ਜ਼ਿਆਦਾ ਧਿਆਨ ਨਹੀਂ ਦਿੰਦਾ ਸੀ ਇਹ ਚੀਜ਼ ਨੂੰ, ਮੈਂ ਹੋਰ ਰਿਸਪੋਂਸੀਬਲੀ ਉਹਨੂੰ ਕਰ ਰਿਹਾ ਕਿ ਅੱਜ ਮੇਰੇ ਚਾਚਾ ਜੀ ਹੁੰਦੇ ਤੇ ਉਹ ਕੀ ਐਕਸਪੈਕਟ ਕਰ ਰਹੇ ਸੀ। ਆਪਣੇ ਚਾਚਾ ਜੀ ਦੀ ਭੂਮਿਕਾ ਵੀ ਤੁਸੀਂ ਨਿਭਾਓਗੇ ਇਸ ਵਾਰ? ਹਾਂ, ਮੈਂ ਉਹਨਾਂ ਦੀ ਵੀ ਨਿਭਾਵਾਂਗਾ। ਮੇਰਾ ਛੋਟਾ ਬ੍ਰਦਰ ਵੀ ਹੈ, ਉਹ ਵੀ ਇਹ ਰਾਹ ਚੱਲੇਗਾ, ਐਂਡ ਮੇਰੇ ਦਾਦਾ ਜੀ ਦੇ ਰਾਹ 'ਤੇ ਹੀ ਅਸੀਂ ਸਾਰੇ ਚੱਲਣ ਵਾਲੇ ਹਾਂ, ਜੋ ਮੇਰੇ ਚਾਚਾ ਜੀ ਨੇ ਫੋਲੋ ਕੀਤਾ। ਐਂਡ ਮੇਰੇ ਫਾਦਰ ਮੋਰ ਇੰਪੋਰਟੈਂਟਲੀ ਉਹ ਸਾਨੂੰ ਹਲੇ ਵੀ ਗਾਈਡਲਾਈਨ ਦਿਖਾ ਰਹੇ ਹਨ, ਬਿਕੋਜ਼ ਹੀ ਇਜ਼ ਨਾਓ ਹੀ ਹੈਜ਼ ਟੂ ਮੈਨੇਜ ਐਵਰੀਥਿੰਗ for whether my family, my chachu's family or his own family. ਪਵਨੀਤ ਜੀ, ਇੱਕ ਤੁਸੀਂ ਇਹ ਵੀ ਦੱਸੋ, ਹੁਣ ਜੇ ਦੁਬਾਰੇ ਉਸ ਤਰੀਕੇ ਦੇ ਹਾਲਾਤ ਬਣਦੇ ਨੇ, ਲੋਕ ਤੁਹਾਡੇ ਤੱਕ ਪਹੁੰਚਣ ਤਾਂ ਕਿਵੇਂ ਪਹੁੰਚਣ? ਉਹ ਜਿਵੇਂ ਤੁਸੀਂ ਦੱਸਿਆ ਜੇ ਇਹ ਤੁਹਾਡੇ ਮੋਹਾਲੀ ਇੱਥੇ ਪਲਾਂਟ ਲੱਗਿਆ ਹੋਇਆ, ਤੁਸੀਂ ਦੱਸਿਆ ਬਠਿੰਡੇ ਵੀ ਤੁਸੀਂ ਪਲਾਂਟ ਹੁਣ ਲਾਇਆ, ਜਾਂ ਕਿਤੇ ਵੀ ਤੁਹਾਡੇ ਨਾਲ ਕਿਵੇਂ ਕੰਟੈਕਟ ਕਰਨ, ਤੁਸੀਂ ਉਹ ਵੀ ਜਾਣਕਾਰੀ ਦੇ ਦਿਓ। ਐਕਚੁਅਲੀ ਕੀ ਹੈ ਕਿ ਜਿਹੜਾ ਮੈਸੇਜ ਸਰਕੂਲੇਟ ਹੋ ਰਿਹਾ ਹੈ, ਲੋਕਾਂ ਤੋਂ ਅੱਗੇ ਆ ਜਾਂਦਾ ਹੈ, ਉਹਦੇ 'ਚ ਨਾ ਉਹਨਾਂ ਨੇ ਲੋਕੇਸ਼ਨ ਨਹੀਂ ਲਿਖੀ ਹੋਈ ਬੰਦਿਆਂ ਨੇ। ਸੋ every person calls, then we have to at times switch off the phone ਕਿ ਰਾਤੀ ਫੋਨ ਆ ਰਿਹਾ, ਦਿਨੇ ਆ ਰਿਹਾ, we are working every time, it is not practical. ਮੈਂ ਤੁਹਾਡੇ ਚੈਨਲ ਦੁਆਰਾ ਦਰਸ਼ਕਾਂ ਨੂੰ ਰਿਕੁਐਸਟ ਕਰਾਂਗਾ ਕਿ ਸਾਡੀ ਫੈਕਟਰੀ ਜਿਹੜੀ ਉਹ 9 ਫੇਜ਼
'ਚ ਹੈਗਾ 315-16 ਪਲਾਟ ਨੰਬਰ ਹੈਗਾ। ਤੁਸੀਂ ਗੂਗਲ ਤੇ ਵੀ ਪਾਓਗੇ ਇਟ ਵਿਲ ਕਮ ਅਪ। ਸੋ ਆਈ ਵੁੱਡ ਰਿਕੁਐਸਟ ਕਿ ਉਹ ਆਪਣੇ ਸਿਲੰਡਰ ਲੈ ਕੇ ਆਉਣ। ਤੇ ਸਾਡਾ ਬਠਿੰਡਾ ਸਵੀਆਂ ਰੋਡ ਤੇ ਪਲਾਂਟ ਹੈ, ਉੱਥੇ ਵੀ ਜਿਹੜਾ ਉਸ ਪਾਸੇ ਦਾ ਦੌਰਾ ਹੈ ਉਸ ਉੱਥੇ ਲੋਕੀ ਉੱਥੇ ਆਉਣ, ਜਿਹੜੇ ਮੁਹੱਲੀ ਵਾਲੇ ਇੱਥੇ ਆਉਣ। ਜੇ ਅੰਮ੍ਰਿਤਸਰ ਹੈ ਤੇ ਭੁੱਲਰ ਆਕਸੀਜਨ ਆਉਣ, ਉੱਥੇ ਵੀ ਸਾਡਾ ਪਾਰਟਨਰਸ਼ਿਪ 'ਚ ਹੈਗਾ। ਉੱਥੇ ਅਸੀਂ ਭੁੱਲਰ ਸਾਹਿਬ ਤੋਂ ਸਾਰਾ ਮਾਲ ਭਰਵਾਉਂਦੇ, ਉਹਨਾਂ ਦਾ ਆਪਣਾ ਪਲਾਂਟ ਹੈ, ਅਸੀਂ ਕਾਫੀ ਉੱਥੇ ਆਪਣਾ ਗੈਸ ਵੇਚੀ ਦੀ ਹੈ। ਤੇ ਉਸ ਪਾਸੇ ਦਾ ਉਹ ਦੇਖਦੇ ਹਾਂ। ਤੇ ਅਸੀਂ ਪੰਜਾਬ 'ਚ ਤਿੰਨੋਂ ਹਿੱਸਿਆਂ 'ਚ ਹੈਗੇ ਹਾਂ। ਤੇ ਤੁਸੀਂ ਕੋਈ ਵੀ ਸਾਡੇ ਪਲਾਂਟ ਜਾਓ, ਤੁਹਾਨੂੰ ਪੂਰੀ ਹੈਲਪ ਸਪੋਰਟ ਮਿਲੇਗੀ। ਤੁਸੀਂ ਔਨਲਾਈਨ ਜਾ ਕੇ ਕਰੋ ਅਤੇ ਫੋਨ 'ਚ ਘੱਟ ਤੋਂ ਘੱਟ ਇਨ ਟੱਚ ਹੋਏ, ਕਿਉਂਕਿ ਕਈ ਵਾਰੀ ਐਮਰਜੈਂਸੀ ਟਾਈਮ ਫੋਨ ਨਹੀਂ ਮਿਲਦੇ। ਅਤੇ ਤੁਸੀਂ, ਮੈਂ ਰਿਕੁਐਸਟ ਇਹ ਕਰਾਂਗਾ ਉਹ ਗੂਗਲ 'ਤੇ ਪਾ ਕੇ ਆਉਣ, ਆਪਣਾ ਸਿਲੰਡਰ ਲੈ ਕੇ ਆਉਣ ਅਤੇ ਪ੍ਰਿਸਕ੍ਰਿਪਸ਼ਨ ਲੈ ਕੇ ਆਉਣ। ਐਂਡ ਐਵਰੀਥਿੰਗ ਇਜ਼ ਫॉर them ਅਵੇਲੇਬਲ ਫॉर us ਫॉर ਸਰਵਿਸਿਜ਼। ਇੱਕ ਤੁਸੀਂ ਹੋਰ ਦੱਸ ਰਹੇ ਸੀ ਚੰਡੀਗੜ੍ਹ ਦੇ ਚਤਨਿਆ ਹਸਪੀਟਲ ਹੈ ਸੈਕਟਰ 44 ਵਿਖੇ, ਉੱਥੇ ਵੀ ਨਵੀਂ ਸੁਵਿਧਾ ਜਿਹੜੀ ਸ਼ੁਰੂ ਕੀਤੀ, ਉਹਦੇ ਬਾਰੇ ਵੀ ਦੱਸੋ ਜੀ। ਡਾਕਟਰ ਸੁਮਨ ਸਿੰਘ ਮੈਮ ਹੈਗੇ ਹੈ ਜਿਹੜੇ ਡਾਇਰੈਕਟਰ ਹੈ ਹੈਲਥ ਸਰਵਿਸਿਜ਼ ਚੰਡੀਗੜ੍ਹ 'ਚ। ਐਂਡ ਸ਼ੀ ਵਾਜ਼ ਵੈਰੀ ਕਾਈਂਡ। I had meeting with her and last time ਕੋਵਿਡ 'ਚ ਨਾ ਚੰਡੀਗੜ੍ਹ ਨੂੰ ਇੱਕਦਮ ਸੈਪਰੇਟ ਕਰਤਾ ਸੀ ਉਹਨਾਂ ਨੇ। ਅਤੇ ਐਡਮਿਨਿਸਟ੍ਰੇਸ਼ਨ ਮੋਨੀਟਰ ਕਰ ਰਹੀ ਸੀ ਅਤੇ ਸਾਨੂੰ ਪੰਜਾਬ ਦਾ ਦੌਰਾ ਦੇ ਦਿੱਤਾ ਸੀ ਕਿ ਬਈ ਤੁਸੀਂ ਮੁਹਾਲੀ ਰੋਪੜ ਤੋਂ ਲੈ ਕੇ ਜ਼ੀਰਕਪੁਰ ਤੱਕ ਸਾਂਭੋ। ਅਤੇ ਚੰਡੀਗੜ੍ਹ ਨੂੰ ਵੰਡਤਾ ਸੀ। ਉੱਥੇ ਸਾਡੇ ਹਾਲਾਂਕਿ ਤਾਂ 16 ਸੈਕਟਰ 'ਤੇ PGI ਦੇ ਵੀ ਟੈਂਡਰ ਹੁੰਦੇ ਸੀ ਸਾਡੇ ਕੋਲ, ਬਟ ਉਹ ਕੋਵਿਡ ਕਰਕੇ ਉਹ ਵੀ ਉਹਨਾਂ ਨੇ ਬੰਦ ਕਰਾਤੀ ਸਰਕਾਰ ਨੇ। ਅਤੇ ਹੁਣ ਜਦੋਂ ਕੋਵਿਡ ਰੀਗੇਨ ਹੋਇਆ ਅਤੇ ਉਹ ਇੰਸਟੀਟਿਊਟਸ ਕਹਿੰਦੇ ਕਿ ਤੁਸੀਂ ਸਾਨੂੰ ਗੈਸ ਹੀ ਨਹੀਂ ਤਦ ਦਿੱਤੀ। ਅਸੀਂ ਕਿਹਾ ਸਾਡਾ ਤਾਂ ਕਸੂਰ ਨਹੀਂ ਸੀ, ਐਡਮਿਨਿਸਟ੍ਰੇਸ਼ਨ ਲਈ ਮੋਨੀਟਰਡ ਸੀ। ਐਨੀ ਹਾਓ ਵੀ ਵਰ ਨਾਟ ਉਹਨਾਂ ਦੇ ਵੀ ਆਪਣੇ ਪਲਾਂਟ ਲੱਗ ਗਏ, ਸਿਲੰਡਰਾਂ ਦੀ ਕੰਜ਼ੰਪਸ਼ਨ ਘੱਟ ਗਈ। ਅਸੀਂ ਵੀ ਕਿਹਾ ਚਲੋ ਕੋਈ ਗੱਲ ਨਹੀਂ। ਅਤੇ ਇਸ ਵਾਰੀ ਜਦੋਂ ਮੈਮ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਮੈਂ ਕਿਹਾ ਵੀ ਆਰ ਸੋ ਕਲੋਜ਼ਲੀ ਲੋਕੇਟਡ ਐਂਡ ਬੀਇੰਗ ਇਨ ਚੰਡੀਗੜ੍ਹ ਵੀ ਵਾਂਟ ਟੂ ਸਰਵ ਯੂ ਪੀਪਲ, ਬਿਕੋਜ਼ ਜਦੋਂ ਅਸੀਂ ਫੈਕਟਰੀ ਲਾਈ ਸੀ ਸਾਡਾ ਵਨ ਆਫ ਦਾ ਫਸਟ ਕਸਟਮਰ PGI ਹੁੰਦਾ ਸੀ। ਅੱਛਾ ਜੀ। ਤਦ ਉੱਥੇ ਨਾ ਟੈਂਕ ਸੀਗੇ ਨਾ PSA ਪਲਾਂਟ ਸੀਗੇ, ਉੱਥੇ ਸਿਲੰਡਰਾਂ ਦੁਆਰਾ ਹੀ ਗੈਸ ਜਾਈ ਜਾਂਦੀ ਸੀ। ਅਤੇ ਮੈਂ ਉਹਨਾਂ ਮੈਮ ਨੂੰ ਮੈਮ ਨੇ ਮੇਰੇ ਤੋਂ ਸਾਰੀ ਪ੍ਰੈਜੈਂਟੇਸ਼ਨ ਸਮਝੀ। ਉਹਨਾਂ ਨੂੰ ਮੈਂ ਦੱਸਿਆ ਕਿ ਅਸੀਂ ਸਿਰਫ ਸਿਲੰਡਰਸ ਨਹੀਂ, ਅਸੀਂ ਲਿਕੁਇਡ ਵੀ ਡੀਲ ਕਰਦੇ ਹਾਂ, ਅਸੀਂ ਟੈਂਕਸ ਲਾਉਂਦੇ ਹਾਂ ਵਿਚ ਇਜ਼ ਫ੍ਰੀ ਆਫ ਕਾਸਟ। ਅਸੀਂ ਹਸਪਤਾਲ 'ਚ ਫੈਸਿਲਿਟੀ ਲਾਵਾਂਗੇ ਅਪ ਟੂ 100 ਸਿਲੰਡਰ ਕਪੈਸਿਟੀ, ਅਤੇ ਜਿੱਥੇ ਜਗ੍ਹਾ ਨਹੀਂ ਉੱਥੇ ਅਪ ਟੂ 60 ਸਿਲੰਡਰ ਕਪੈਸਿਟੀ ਦਾ ਛੋਟਾ ਟੈਂਕ ਵੀ ਹੈ, ਉਹ ਫ੍ਰੀ ਆਫ ਕਾਸਟ ਲਾਵਾਂਗੇ। ਪਾਈਪਲਾਈਨ ਤੱਕ ਸਾਡੀ ਹੋਏਗੀ, ਜਿਹੜੇ ਉਹਨਾਂ ਦੇ ਐਗਜ਼ਿਸਟਿੰਗ ਮੈਨੀਫੋਲਡ ਨੂੰ ਲੱਗੇਗੀ। ਸਿਰਫ ਕਸਟਮਰ ਨੇ ਸਾਨੂੰ ਗੈਸ ਦੇ ਪੈਸੇ ਦੇਣੇ ਆ ਹਸਪਤਾਲ ਨੇ। ਅਸੀਂ ਬਹੁਤ ਕਨਵੀਨੀਐਂਟਲੀ ਕਰ ਰਹੇ ਹਾਂ ਉਹਨਾਂ ਵਾਸਤੇ ਮੈਮ ਨਾਲ ਗੱਲ। ਐਂਡ ਮੈਮ ਨੇ ਬੜਾ ਕੌਨਫੀਡੈਂਸ ਦਿਖਾਇਆ। ਉਹਨਾਂ ਦੀ ਗਵਰਨਰ ਮੈਮ ਸਰ ਨਾਲ ਮੀਟਿੰਗ ਸੀਗੀ ਐਂਡ ਸ਼ੀ ਵਿਲ ਗੈਟ ਬੈਕ ਟੂ ਅਸ ਬਾਏ ਟਮੋਰੋ। ਅਦਰਵਾਈਜ਼ ਪੈਰਲਲੀ ਟੂ ਲੁੱਕ ਐਟ ਇਟ, ਮੋਮਾਜਨੀ ਚੈਤਨਿਆ 'ਚ ਕੱਲ੍ਹ ਸਾਡੀ ਇਨੋਗਰੇਸ਼ਨ ਸੀਗੀ, ਜਿਹੜਾ ਅਸੀਂ ਪਲਾਂਟ ਲਾਇਆ। ਅਸੀਂ ਲੈਂਡਮਾਰਕ 'ਚ ਵੀ ਲਾਇਆ, ਚੈਤਨਿਆ 'ਚ ਵੀ ਲਾਇਆ। ਅਤੇ ਚੈਤਨਿਆ ਅਥੋਰਿਟੀਜ਼ ਨੇ ਸਾਨੂੰ ਵੀ ਬੁਲਾਇਆ ਸੀ ਅਤੇ ਉਹਨਾਂ ਮੈਮ ਨੂੰ ਵੀ ਬੁਲਾਇਆ ਸੀ। ਜਿੱਥੇ ਸਾਡੀ ਮੁਲਾਕਾਤ ਹੋਈ, ਫਿਰ ਉਹਨਾਂ ਨੇ ਸਾਨੂੰ ਆਪਣੇ ਦਫ਼ਤਰ ਬੁਲਾਇਆ ਐਂਡ ਸ਼ੀ ਵਾਜ਼ ਅਨਅਵੇਅਰ ਆਫ ਆਲ ਥੀਸ ਥਿੰਗਸ। And today when she got to know, she was more confident that we are willing to help and support if emergency comes. ਇੱਕ ਤੁਹਾਡੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਮੀਟਿੰਗ ਲਗਾਤਾਰ ਚੱਲਦੀ ਰਹਿੰਦੀ, ਕੱਲ੍ਹ ਵੀ ਤੁਹਾਡੀ ਹੋਈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨਾਲ। ਸੋ ਕੀ ਚੀਜ਼ਾਂ ਡਿਸਕਸ ਹੋਈਆਂ? ਐਡਮਿਨਿਸਟ੍ਰੇਸ਼ਨ ਨੇ ਕੋਈ ਤੁਹਾਨੂੰ ਕਿਹਾ ਕਿ ਕੁਝ ਗੱਲਾਂ ਕਹੀਆਂ ਹੋਣੀਆਂ, ਤੁਸੀਂ ਉਹਨਾਂ ਅੱਗੇ ਕੋਈ ਪੁਆਇੰਟਸ ਰੱਖੇ ਹੋਣ? ਹਾਂਜੀ, ਮੈਂ ਉਹਨਾਂ ਮੈਮ ਨੂੰ ਕਿਹਾ, ਆਈ ਸੈਡ ਮੈਮ ਲੈਟ ਅਸ ਬੀ ਪ੍ਰੋਐਕਟਿਵਲੀ ਪਲੈਨਡ। ਅਸੀਂ ਹਰ ਹਸਪਤਾਲ 'ਚ ਜਿੱਥੇ ਅਬਵ 10 to 15 ਸਿਲੰਡਰਸ ਲੱਗ ਰਹੇ ਆ, ਉੱਥੇ ਅਸੀਂ ਆਪਣੀ ਇੰਸਟੋਲੇਸ਼ਨਸ ਕਰਦੇ ਹਾਂ, ਤਾਂ ਕਿ ਸਿਲੰਡਰਾਂ ਦਾ ਜਿਹੜਾ ਰੌਲਾ ਹੈ ਅਤੇ ਜਿਹੜੀ ਉਹਦੀ ਰੋਟੇਸ਼ਨ ਹੈ ਅਤੇ ਬੈਕਅਪ ਹੈ, ਉਹ ਹਰ ਹਸਪਤਾਲ ਦੇ ਜਿਹੜੇ ਆਪਣੇ ਸਿਲੰਡਰ ਉਹ ਭਰੇ ਰਹਿਣ। ਤੁਸੀਂ ਲਿਕੁਇਡ ਟੈਂਕਸ ਲਾਓ ਅਤੇ ਅਸੀਂ ਲਿਕੁਇਡ ਦੇ ਥਰੂ ਸਪਲਾਈਜ਼ ਦੇਵਾਂਗੇ ਹਰ ਹਸਪਤਾਲ ਨੂੰ, ਤਾਂ ਕਿ ਉਹਨਾਂ ਕੋਲ ਦੋ ਆਪਸ਼ਨਸ ਹਮੇਸ਼ਾ ਰਹਿਣਗੀਆਂ ਸ਼ਾਰਟੇਜ ਦੇ ਟਾਈਮ 'ਚ। ਜੇ ਲਿਕੁਇਡ ਹੈ ਲਿਕੁਇਡ ਚੱਲੇਗਾ, ਜੇ ਲਿਕੁਇਡ ਨਹੀਂ ਹੈ ਤਾਂ ਸਾਡਾ ਆਪਣਾ ਗੈਸ ਪਲਾਂਟ ਹੈ, ਅਸੀਂ ਉੱਥੇ ਸਿਲੰਡਰ ਭਰ ਕੇ ਉਹਨਾਂ ਨੂੰ ਦੇਵਾਂਗੇ। ਪਵਨੀਤ ਜੀ, ਕਿ ਤੁਸੀਂ ਹਾਈਟੈਕ ਇੰਡਸਟਰੀਜ਼ ਲਿਮਟਿਡ ਬਾਰੇ ਵੀ ਦੱਸੋ, ਕਦੋਂ ਸ਼ੁਰੂ ਹੋਈ ਸੀ ਅਤੇ ਕੀ ਕੰਮ ਕੀਤੇ ਗਏ? ਜਿਵੇਂ ਆ ਕੋਵਿਡ ਦੇ ਚੱਲਦੇ ਪਿਛਲੀ ਵਾਰ ਤੁਸੀਂ ਇਹ ਲੋਕ ਭਲਾਈ ਦਾ ਕੰਮ ਕੀਤਾ, ਇਸ ਤੋਂ ਪਹਿਲਾਂ ਵੀ ਇਸ ਤਰੀਕੇ ਦੇ ਕੰਮ ਕੀਤੇ ਨੇ। ਬੈਕਗਰਾਊਂਡ ਬਾਰੇ ਵੀ ਦੱਸੋ ਤੁਹਾਡੀ ਇੰਡਸਟਰੀ ਦੇ। ਹਾਂਜੀ, ਮੇਰੇ ਫਾਦਰ ਅਤੇ ਮੇਰੇ ਚਾਚਾ ਜੀ 90 'ਚ ਸ਼ਿਫਟ ਹੋ ਗਏ ਸੀ ਇੱਥੇ, ਅਤੇ ਦੈਟ ਟਾਈਮ ਆਈ ਵਾਜ਼ ਜਸਟ 2 years old ਡਿਊ ਟੂ ਟੈਰਰਿਜ਼ਮ ਇਨ ਪੰਜਾਬ। ਵੀ ਬਿਲੋਂਗ ਟੂ ਬਟਾਲਾ, where our business was of rice mills. My Dadaji used to be there and he used to run the whole business there, and we had some petrol stations. So with time to come, when we shifted here and terrorism थोड़ी ख़त्म हो गई,
ਤੇ ਸਾਡੇ ਦਾਦਾ ਜੀ ਨੇ ਪਾਪਾ ਚਾਚੂ ਨੂੰ ਕਿਹਾ ਤੁਸੀਂ ਆ ਜਾਓ, ਦੈਨ ਦੇ ਸੈਟ ਕਿ ਵੀ ਆਰ ਯੂਜ਼ਡ ਟੂ ਦ ਸਿਟੀ ਲਾਈਫ, ਅਸੀਂ ਵਾਪਸ ਨਹੀਂ ਆਉਣਾ ਚਾਹੁੰਦੇ। ਤੇ ਫਿਰ ਹੌਲੀ ਹੌਲੀ ਉੱਥੇ ਫੋਲਡ ਕੀਤਾ, ਇੱਥੇ ਸਾਰੇ ਸ਼ਿਫਟ ਹੋਏ। ਵਿਦ ਸਟਾਰਟ ਹੇਅਰ we started with a finance company in sector 22 office, and then we set up this factory in 1993 when Philips was there। ਤੇ ਅਸੀਂ ਇੱਥੋਂ ਫਿਲਿਪਸ ਨੂੰ ਪਾਈਪਲਾਈਨ ਦੇ ਥਰੂ ਆਕਸੀਜਨ ਤੇ ਨਾਈਟ੍ਰੋਜਨ ਦਿੰਦੇ ਸੀ। ਤਾਂ ਸਾਡੇ ਕਸਟਮਰ ਹੀ 2-3 ਹੁੰਦੇ ਸੀ, ਇੱਕ ਫਿਲਿਪਸ ਸੀ, ਇੱਕ PGI ਹੁੰਦਾ ਸੀ, ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਤੇ ਬਾਕੀ ਟਰੇਡਰਸ ਦੇ ਅਸੀਂ ਮਾਲ ਭਰਦੇ ਸੀ। ਸਾਡੀ ਡਾਇਰੈਕਟ ਸੇਲ ਬੜੀ ਘੱਟ ਸੀ। ਫਿਰ ਅਸੀਂ ਵਿਦ ਟਾਈਮਸ ਟੂ ਕਮ 93 ਤੋਂ ਔਨਵਰਡ ਲੈ ਕੇ 2000 ਵਿੱਚ ਅਸੀਂ ਬੱਦੀ ਆਪਣਾ ਪਲਾਂਟ ਲਾਇਆ ਸੀ ਲਾਈਟਿੰਗ ਦਾ। ਉਹ ਵੀ ਫਿਲਿਪਸ ਨੇ ਸਾਨੂੰ ਆਫਰ ਕੀਤਾ ਕਿ ਤੁਸੀਂ CFL ਲੈਂਪਸ ਦਾ ਪਲਾਂਟ ਲਾਓ, ਤਾਂ CFL ਲੈਂਪਸ ਚੱਲਦੇ ਸੀ ਕਾਫੀ। ਫਿਰ CFL ਦਾ ਅਸੀਂ ਉੱਥੇ ਪਲਾਂਟ ਲਾਇਆ, ਉੱਥੇ ਵੀ ਅਸੀਂ 1.5-2 ਲੱਖ ਰੋਜ਼ ਦਾ ਬਣਾਇਆ। ਫਿਰ LED ਆ ਗਿਆ। ਫਿਰ ਡਾਈਕਾਸਟਿੰਗ ਪਲਾਂਟ ਲਾਇਆ ਸੀ, ਉਹ ਵੀ ਫਿਲਿਪਸ ਦੇ ਥਰੂ ਹੀ ਸੀ, ਬਟ ਹਾਲੇ ਕਿ ਹੁਣ ਫਿਲਿਪਸ ਹੈ ਹੀ ਨਹੀਂ, ਤਿੰਨੋਂ ਯੂਨਿਟਾਂ 'ਚ ਹੀ ਨਹੀਂ ਹੈ। ਸੋ ਵੀ ਆਰ ਮੇਕਿੰਗ Crompton fans there basically। So in Mohali factory, if I give you more vast story of it, like if I say the seva thing, it started from the first day only because ਮੇਰੇ ਦਾਦਾ ਜੀ ਨੇ ਕਿਹਾ ਸੀ ਮੇਰੇ ਫਾਦਰ ਤੇ ਚਾਚੂ ਨੂੰ ਕਿ ਜਿਹੜੇ ਉਹਨਾਂ ਦੇ ਫਾਦਰ ਸੀ ਉਹਨਾਂ ਦੇ ਨਾਂ ਦੀ ਫਾਊਂਡੇਸ਼ਨ ਹੈ ਤੇ ਤੁਸੀਂ ਇਹਨੂੰ ਆਪਣੀ ਫੈਕਟਰੀ 'ਚ ਕੈਰੀ ਫਾਰਵਰਡ ਕਰਨੀ ਹੈ, ਹਰ ਮਰੀਜ਼ ਨੂੰ ਫ੍ਰੀ ਗੈਸ ਦੇਣੀ ਹੈ। ਅੱਛਾ ਜੀ। ਤੇ ਅਸੀਂ ਤਦ ਤੋਂ ਹੀ ਹਰ ਹੋਮ ਰਿਡਨ ਪੇਸ਼ੈਂਟ ਨੂੰ ਫ੍ਰੀ ਗੈਸ ਦੇ ਰਹੇ ਹਾਂ। ਤੇ ਕੋਵਿਡ ਸੀਗਾ, ਥੋੜੀ ਜ਼ਿਆਦਾ ਡਿਮਾਂਡ ਸੀ, ਬਟ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਦੇਣੀ ਹੀ ਦੇਣੀ ਹੈ ਹਰ ਚੀਜ਼। ਐਂਡ ਸੇਮ that is why I think you people are here with us, and we are still to our principles and to the same thing what our elders have taught us, and we hope in way future God is be more kind and and bless everyone and be safe so that the COVID times are not much more dangerous to come। ਅਵਨੀਤ ਜੀ, ਕੋਵਿਡ ਦੇ ਦੌਰਾਨ ਇੰਨੀ ਤੁਸੀਂ ਸੇਵਾ ਕੀਤੀ ਹੈ ਲੋਕਾਂ ਦੀ, ਤੇ ਦੇਖਿਆ ਜਾਂਦਾ ਹੈ ਕਿ ਜਿਵੇਂ ਇੰਡੀਪੈਂਡੈਂਸ ਡੇ ਮੌਕੇ ਸਟੇਟ ਅਵਾਰਡ ਦਿੱਤੇ ਜਾਂਦੇ ਆ ਸਰਕਾਰ ਵੱਲੋਂ, ਜਿਹੜੇ ਕੋਵਿਡ ਵਾਰੀਅਰਸ ਰਹੇ, ਹੁਣ ਕੋਵਿਡ ਵਾਰੀਅਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਹੁਣ ਵੀ 26 ਜਨਵਰੀ ਨੂੰ ਵੀ ਫੰਕਸ਼ਨ ਹੋਏਗਾ। ਸੋ ਤੁਹਾਨੂੰ ਕੋਈ ਇਸ ਤਰੀਕੇ ਦਾ ਕੋਈ ਹਜੇ ਤੱਕ ਸਨਮਾਨ ਕਿਸੇ ਵੱਲੋਂ ਕੀਤਾ ਗਿਆ ਹੋਵੇ, UT ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ? ਕਿਉਂਕਿ ਕੋਵਿਡ ਵਾਰੀਅਰ ਦੇ ਤਾਂ ਤੁਸੀਂ ਬਹੁਤ ਵਧੀਆ ਐਗਜ਼ਾਮਪਲ ਹੋ। ਉਦੋਂ ਲੋਕ ਘਰਾਂ 'ਚ ਬੜੇ ਸੀਗੇ, ਤੁਸੀਂ ਉਦੋਂ ਸੇਵਾ ਕਰ ਰਹੇ ਸੀ, ਆਕਸੀਜਨ ਪਹੁੰਚਾ ਰਹੇ ਸੀ ਲੋਕਾਂ ਤੱਕ। ਨਹੀਂ, there is no intimation, rather we were discussing in family। It was a strange thing for us कि we had to be honored, ਬਟ ਨਹੀਂ ਹੋਇਆ। ਹੁਣ ਕਹਿ ਕੇ ਤੇ ਕੋਈ ਚੀਜ਼ ਮੰਗੀ ਨਹੀਂ ਜਾ ਸਕਦੀ ਹੈ। ਅਸੀਂ ਆਪਣੀ ਸੇਵਾ ਕਰਾਂਗੇ, ਕਰਦੇ ਆਏ, ਅੱਗੇ ਵੀ ਕਰਾਂਗੇ। ਬਾਕੀ ਇਟ ਇਜ਼ ਫॉर ਪੀਪਲ ਟੂ ਰੈਕਗਨਾਈਜ਼ ਔਰ ਨਾਟ ਟੂ ਰੈਕਗਨਾਈਜ਼। ਸਾਡੀ ਮੇਨ ਸੇਵਾ ਤੇ ਜਿਹੜੀ ਮੇਨ ਪੁਸ਼ ਹੈ, ਦੈਟ ਇਜ਼ ਦ ਸਪਿਰਿਟ ਵਿਦਿਨ ਅਸ ਐਂਡ ਵੈਲ ਵਿਸ਼ਿੰਗਨੈਸ ਆਫ ਪੀਪਲ ਹੂ ਕਮ ਐਂਡ ਥੈਂਕ ਅਸ ਜਦੋਂ ਉਹਨਾਂ ਦਾ ਪੇਸ਼ੈਂਟ ਕੋਈ ਠੀਕ ਹੁੰਦਾ। ਹੁਣ ਅੱਜ ਇੱਕ ਫੈਕਟਰੀ 'ਚ ਐਲੂਮੀਨੀਅਮ ਫਿਟਿੰਗ ਲੱਗਣੀ ਸੀ, ਇੱਕ ਬੰਦਾ ਆਇਆ, ਉਹ ਮੇਰੇ ਚਾਚਾ ਜੀ ਨਾਲ ਡੀਲ ਕਰਦਾ ਸੀ, ਮੈਨੂੰ ਤਾਂ ਪਤਾ ਨਹੀਂ ਸੀ, ਅਤੇ ਉਹ 1.5 ਸਾਲ ਹਰ ਰੋਜ਼ ਆਕਸੀਜਨ ਗੈਸ ਲੈਂਦਾ ਗਿਆ। ਅਸੀਂ ਕਦੀ ਉਹਨੂੰ ਚਾਰਜ ਨਹੀਂ ਕੀਤਾ। ਉਹਦੀ ਬੇਟੀ 12 ਸਾਲ ਦੀ ਸੀ, ਉਹਨਾਂ ਦੀ ਡੈਥ ਹੋ ਗਈ ਮਈ 'ਚ। ਐਂਡ ਆਫਟਰ ਦੈਟ ਹੀ ਫਸਟ ਮੈਟ ਮੀ ਐਂਡ ਹੀ ਟੋਲਡ ਮੀ ਐਂਡ ਹੀ ਸੇਜ਼ ਕਿ ਮੈਂ ਤਾਂ ਤੁਹਾਡੇ ਵਾਸਤੇ ਕੁਛ ਵੀ ਕੰਮ ਕਰਾਂ, ਸੇਜ਼ ਮੈਂ ਪੈਸੇ ਵੀ ਨਹੀਂ ਲੈਣੇ। ਅਸੀਂ ਕਿਹਾ ਇੱਦਾਂ ਨਹੀਂ ਕਰਨਾ, ਇਹ ਤੇਰਾ ਵਪਾਰ ਹੈ, ਤੁਹਾਡਾ ਵਪਾਰ ਹੈ, ਤੁਸੀਂ ਜੋ ਕੰਮ ਸਾਡਾ ਹੈਗਾ ਕਰਾਂਗੇ। ਰਾਦਰ ਅਸੀਂ ਪ੍ਰਿੰਸੀਪਲੀ ਅਲਾਈਨਡ ਆ ਕਿ ਮੇਰੇ ਚਾਚਾ ਜੀ ਨਾਲ ਤੁਹਾਡਾ ਪਿਆਰ ਸੀ ਕਿ ਅਸੀਂ ਤੁਹਾਨੂੰ ਕੰਮ ਦੇਣਾ ਹੀ ਦੇਣਾ। ਬਟ ਬੜਾ ਇੱਦਾਂ ਲੋਕਾਂ ਨੂੰ ਮਿਲ ਕੇ ਬੜਾ ਅੱਛਾ ਲੱਗਦਾ ਹੈ ਕਿ ਉਹ ਇੰਨੀ ਵੱਡੀ ਗੱਲਾਂ ਕਹਿ ਦਿੰਦੇ ਆ ਸਾਨੂੰ, ਅਤੇ ਅਸੀਂ ਵੀ ਫੀਲ ਸੋ ਨਾਈਸ ਅਬਾਊਟ ਇਟ। ਇਹੀ ਦਿਸ ਇਜ਼ ਦ ਓਨਲੀ ਅਰਨਿੰਗ ਵਾਟ ਆਰ ਪੇਰੈਂਟਸ ਹੈਵ ਫੈਮਿਲੀ ਹੈਜ਼ ਟੌਟ ਅਸ ਕਿ ਦਿਸ ਇਜ਼ ਦ ਰੀਅਲ ਅਰਨਿੰਗ ਆਫ ਲਾਈਫ। ਅਵਨੀਤ ਜੀ, ਲਾਸਟ 'ਚ ਕੀ ਅਪੀਲ ਕਰੋਗੇ ਲੋਕਾਂ ਨੂੰ ਹੁਣ ਕਿ ਓਮੀਕਰੋਨ ਆ ਜਿਹੜਾ ਵੇਰੀਐਂਟ, ਇਹਦਾ ਖਤਰਾ ਬਣਿਆ ਹੋਇਆ, ਤੀਜੀ ਵੇਵ ਆ ਸਕਦੀ, ਕੇਸਿਸ ਦੁਬਾਰਾ ਵਧਣੇ ਸ਼ੁਰੂ ਹੋ ਗਏ ਨੇ, ਸੋ ਤੁਸੀਂ ਕੀ ਕਹੋਗੇ ਲੋਕਾਂ ਨੂੰ ਆਖਰ 'ਚ? ਸੀ ਦਿਸ ਵਾਇਰਸ ਇਜ਼ ਵੈਰੀ ਅਨਪ੍ਰੈਡਿਕਟਡ। ਹੁਣ ਕੱਲ੍ਹ ਵੀ ਪਤਾ ਲੱਗਿਆ ਇੱਕ ਫਰਾਂਸ 'ਚ ਕੋਈ ਹੋਰ ਕੇਸ ਵੀ ਆਇਆ ਹੈ। ਸੋ ਬੇਸਿਕਲੀ ਆਈ ਵੁੱਡ ਰਾਦਰ ਸੇ ਕਿ ਐਵਰੀਵਨ ਟੂ ਬੀ ਸੇਫ। ਇਹ ਵਾਇਰਸ ਕਿੱਥੇ ਕਿਹਨੂੰ ਆ ਜਾਏ, ਕਿਸ ਟਾਈਮ ਆ ਜਾਏ, ਤੁਸੀਂ ਪ੍ਰੀਕੋਸ਼ਨ ਲੈ ਰਹੇ ਹੋ, ਕੁਝ ਖਾ ਰਹੇ ਹੋ, ਨਾ ਖਾ ਰਹੇ ਹੋ, ਪੀ ਰਹੇ ਹੋ, ਨਾ ਪੀ ਰਹੇ ਹੋ, ਯੂ ਨੈਵਰ ਨੋ। ਸੋ ਲੈਟ ਆਲ we only have prayers to do
so that we all keep healthy, fit and fine. That is all I would like to say. ਸ਼ੁਕਰੀਆ ਜੀ। ਸੋ ਗੱਲਬਾਤ ਕਰ ਰਹੇ ਸੀ ਬਵਨੀਤ ਸਿੰਘ ਸਚਦੇਵਾ ਜੀ ਦੇ ਨਾਲ, ਜਿਨ੍ਹਾਂ ਦੇ ਇਹਨਾਂ ਦੇ ਫਾਦਰ ਸਾਹਿਬ RS ਸਚਦੇਵਾ ਜੀ ਤੇ ਚਾਚਾ ਜੀ HS ਸਚਦੇਵਾ ਜੀ ਨੇ ਪਿਛਲੇ ਵਾਰ ਜਦੋਂ ਕੋਵਿਡ ਦਾ ਪ੍ਰਕੋਪ ਦੇਖਿਆ ਗਿਆ, ਆਕਸੀਜਨ ਕ੍ਰਾਈਸਿਸ ਦੇਖਿਆ ਗਿਆ, ਉਸ ਵੇਲੇ ਬਹੁਤ ਵੱਡੇ ਲੈਵਲ ਤੇ ਕਹਿ ਲਈਏ ਕਿ ਲੋਕ ਭਲਾਈ ਦੇ ਕੰਮ ਕੀਤੇ ਸੀ, ਸੇਵਾ ਕੀਤੀ ਸੀ, ਫ੍ਰੀ ਆਕਸੀਜਨ ਗੈਸ ਆ ਜਿਹੜੀ ਉਹ ਸਪਲਾਈ ਕੀਤੀ ਸੀ। ਤੇ ਇਸ ਵਾਰ ਵੀ ਇਹਨਾਂ ਦੀ ਜਿਹੜੀ ਇੰਡਸਟਰੀ ਆ ਹਾਈਟੈਕ ਇੰਡਸਟਰੀਜ਼ ਲਿਮਿਟਿਡ, ਤੇ ਇਹਨਾਂ ਨੇ ਜਾਣਕਾਰੀ ਵੀ ਦਿੱਤੀ ਹੈ ਹੋਰ ਕਿੱਥੇ ਕਿੱਥੇ ਪਲਾਂਟ ਨੇ। ਸੋ ਦੁਬਾਰਾ ਉਸ ਤਰੀਕੇ ਦੇ ਹਾਲਾਤ ਬਣਦੇ ਨੇ ਤਾਂ ਫਿਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਗੇ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।